पिछले कुछ समय तो ये चीज सामने आ रही है कि जे कोई व्यक्ति मान लो ह्यूमन राइट्स के वास्ते बोलता सोशल मीडिया के राही खड़े किए गए लोग ने वो हाल हाल करके वो पिछे पै जाते हैं। तीस्ता शीतलवाड़ लगातार दंगिया वाले मामलों को उभारती तुरी आती है कंटीन्यू। पिछले समय तो बहुत सारे इस तरह के लोग अंदर डक दिते गए ਜਿਹੜੇ कि मनुखी अधिकारां दे वास्ते बोलते थे। तीस्ता शीतलवाड़ उन्हां दे विचों एक है। ਸਾਹਿਬ ਅਸੀਂ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕੀਤੀ। ਜਦੋਂ ਅਸੀਂ ਗੱਲ ਕਰਦੇ ਹਾਂ ਆਪਣੇ ਭਾਈਚਾਰੇ ਦੀ, ਪੱਤਰਕਾਰ ਭਾਈਚਾਰੇ ਦੀ, ਜਾਂ ਫਿਰ ਮੁੱਦਾ ਉਠਾਉਣ ਵਾਲੇ ਲੋਕ, ਵਿਸਲ ਬਲੋਅਰ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ, ਜਾਂ ਫਿਰ ਕਿਤੇ ਵੀ ਸਰਕਾਰ ਦੇ ਸਾਹਮਣੇ ਕੁਝ ਕਮੀਆਂ ਗਿਣਾਉਣ ਵਾਲੇ ਲੋਕ, ਚਾਹੇ ਸਟੈਨ ਸਵਾਮੀ ਹੋਣ, ਚਾਹੇ ਗੌਰੀ ਲੰਕੇਸ਼ ਹੋਵੇ, ਬਹੁਤ ਬੁਰੇ ਤਰੀਕੇ ਦੇ ਨਾਲ ਭਾਰਤ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਜ਼ਰ ਆਉਂਦਾ ਹੈ ਇਸ ਮਾਮਲੇ ਦੇ ਵਿੱਚ ਪ੍ਰੈਸ ਦੀ ਸੁਰੱਖਿਆ ਨੂੰ ਲੈ ਕੇ। ਹੁਣੇ ਗੁਜਰਾਤ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਜੀ, ਜੇ ਮੈਂ ਗਲਤ ਨਹੀਂ ਤੇ ਮੋਤੀ ਲਾਲ ਚਿਮਨ ਲਾਲ ਸੀਤਲਵਾੜ ਭਾਰਤ ਦੇ ਪਹਿਲੇ ਅਟਾਰਨੀ ਜਨਰਲ ਸਨ। ਉਹਨਾਂ ਦੀ ਪੋਤਰੀ, ਉਹਨਾਂ ਦੀ ਸੀਤਲਾ ਤੀਸਤਵਾੜ ਜਿਹੜੀ ਆ, ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇਹ ਸਾਰਾ ਮਸਲਾ ਕੀ ਹੈ ਜੀ? देखो, जिहड़ा ह्यूमन राइट्स है, जिहड़ा मनुखी अधिकार ने, ਉਹਦੇ ਲਈ बोलण वाले लोग जिउंदे रहने बड़े जरूरी ने जी बिल्कुल। तो क्योंकि गुरु नानक साहब की एक तुक है कि जब लग दुनिया रही है नानक किच सुनी है किच कही है। ये आदान प्रदान जिहड़ा जी वो चलता रहना बहुत जरूरी है। आदान प्रदान की है, मैं अज सवेरे एक जड़ा वो ट्वीट भी कीता सीगा। आदान प्रदान किस पद्धर दा जड़ा होना चाहिए ते क्यों जड़ा वो होना चाहिए। वालतेर है ਜਿਹੜੇ ਉਹ ਇਹ ਗੱਲ ਕਹਿੰਦੇ ਆ ਕਿ ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ, ਪਰ ਤੂੰ ਆਪਣੀ ਗੱਲ ਕਹਿ ਸਕੇ ਇਹਦੇ ਲਈ ਮੈਂ ਆਪਣੀ ਜਾਨ ਵੀ ਦੇ ਸਕਦਾ। ਬਿਲਕੁਲ, ਇਹ ਮਨੁੱਖੀ ਅਧਿਕਾਰ ਹੈ। ਜੇ ਆਪਾਂ ਸਿੱਖੀ ਦੀ ਗੱਲ ਕਰੀਏ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੀ ਗੱਲ ਕਰੀਏ, ਉਹ ਦੂਜਿਆਂ ਨੂੰ ਬੋਲਣ ਦਾ ਅਧਿਕਾਰ ਦੇਣ ਦੀ ਥਿਊਰੀ ਆ ਇੱਕ ਕਮਾਲ ਦੀ। ਨੌਵੇਂ ਪਾਤਸ਼ਾਹ ਤੱਕ ਤੁਸੀਂ ਆ ਜਾਓ, ਗੁਰੂ ਤੇਗ ਬਹਾਦਰ ਤੱਕ ਜੀ ਉਹਨਾਂ ਦੀ ਜਿਹੜੀ ਕੁਰਬਾਨੀ ਆ ਉਹ ਕੀ ਆ? ਉਹ ਇਹੀ ਕਹਿੰਦੇ ਨੇ ਨਾ, ਜਦੋਂ ਕਸ਼ਮੀਰੀ ਪੰਡਤ ਆਉਂਦੇ ਨੇ ਕਿ ਅਸੀਂ ਖਤਰੇ 'ਚ ਆ, ਉਹ ਕਹਿੰਦੇ ਇਦਾਂ ਕਿੱਦਾਂ ਖਤਰੇ ਦੇ ਵਿੱਚ? ਮੈਂ ਜੋ ਬੈਠਾ। ਉਹ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਕੇ ਤੁਰਦੇ ਆ। ਉਹ ਇਹ ਤਾਂ ਨਹੀਂ ਕਹਿੰਦੇ ਕਿ ਪਹਿਲਾਂ ਤੁਸੀਂ ਸਾਡੇ ਵਾਲੇ ਧੜੇ 'ਚ ਆ ਜਾਓ, ਫਿਰ ਉਸ ਤੋਂ ਬਾਅਦ ਮੈਂ ਤੁਹਾਡੀ ਮਦਦ ਕਰੂੰਗਾ। ਨਾ, ਉਹ ਕਹਿੰਦੇ ਜਿੱਥੇ ਹੋ ਉਹਦੇ ਵਿੱਚ ਰਹੋ, ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ। ਇੱਥੇ ਪਿਛਲੇ ਕੁਝ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕ ਡੇ ਬਾਈ ਡੇ ਘਟਦੇ ਤੁਰੇ ਜਾਂਦੇ ਆ ਜੀ। ਮੈਂ ਸਮਝਦਾ ਕਿ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ, ਜੇ ਪੰਜਾਬ ਦੀ ਗੱਲ ਕਰ ਲਈਏ, ਤਾਂ ਇਹਦੇ ਵਿੱਚ ਖਾਲੜਾ ਸਾਹਿਬ ਦਾ ਜ਼ਿਕਰ ਹੋਣਾ ਬੜਾ ਜ਼ਰੂਰੀ ਹੈ ਜੀ। ਔਰ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਬਹੁਤ ਕੰਮ ਕੀਤਾ ਔਰ ਜਾਨ ਦੀ ਬਾਜੀ ਤੱਕ ਉਹਨਾਂ ਨੇ ਆਪਣੀ ਲਾਈ। ਪਿਛਲੇ ਕੁਝ ਸਮੇਂ ਤੋਂ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਜੇ ਕੋਈ ਵਿਅਕਤੀ ਮੰਨ ਲਓ ਹਿਊਮਨ ਰਾਈਟਸ ਦੇ ਵਾਸਤੇ ਬੋਲਦਾ, ਤਾਂ ਇੱਕ ਜਿਹੜੇ ਖੜੇ ਲੋਕ ਨੇ, ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਖੜੇ ਕੀਤੇ ਗਏ ਲੋਕ ਨੇ, ਉਹ ਹਾਲ ਹਾਲ ਕਰਕੇ ਉਹਦੇ ਪਿੱਛੇ ਪੈ ਜਾਂਦੇ ਆ ਵੀ ਉਹਨੂੰ ਬੋਲਣ ਨਾ ਦਿੱਤਾ ਜਾਵੇ। ਕੁਝ ਚੀਜ਼ਾਂ ਤੁਸੀਂ ਪਿਛਲੇ ਸਮੇਂ ਤੋਂ ਨੋਟ ਕੀਤੀਆਂ ਹੋਣਗੀਆਂ ਕਿ ਜਿਹੜੇ ਇੰਟੈਲੈਕਚੁਅਲ ਵਰਗ ਹੈ ਉਹ ਬੋਲਣੋਂ ਹਟ ਗਿਆ ਜੀ। ਚਾਹੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਇਸ ਘਿਨਾਉਣੇ ਕਤਲ ਦੇ ਉੱਤੇ ਉਹਨਾਂ ਦੀ ਚੁੱਪ ਬਰਕਰਾਰ ਹੈ। ਬਹੁਤ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਉਹਨਾਂ ਸਭ ਦੀ ਚੁੱਪ ਬਰਕਰਾਰ ਹੈ। ਜਿਹੜੇ ਕੁਝ ਬੋਲ ਰਹੇ ਆ ਉਹਨਾਂ ਦਾ ਸਿਆਸੀ ਲੈਣ ਦੇਣਾ, ਅਦਰਵਾਈਜ਼ ਮਨੁੱਖੀ ਅਧਿਕਾਰਾਂ ਦੇ ਵਾਸਤੇ ਨਹੀਂ ਉਹ ਬੋਲ ਰਹੇ। ਜਦੋਂ ਇੱਥੋਂ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੰਮ ਕਰਦੀ ਜਿਹੜੀ ਸੰਸਥਾ ਹੈ ਉਹ ਆਪਣਾ ਦਫ਼ਤਰ ਪੁੱਟ ਕੇ ਲੈ ਜਾਂਦੀ ਹੈ, ਤਾਂ ਮੈਂ ਉਸ ਵੇਲੇ ਵੀ ਬਹੁਤ ਬੋਲਿਆ ਸੀ 2 ਸਾਲ ਪਹਿਲਾਂ ਬਿਲਕੁਲ ਕਿ ਇਹ ਖਤਰਾ ਬਹੁਤ ਵੱਡਾ ਹੈ, ਸ਼ੁਰੂ ਹੋ ਗਿਆ। ਇਹਨੂੰ ਰੋਕਣਾ ਬੜਾ ਜ਼ਰੂਰੀ ਆ। ਪਰ ਨਹੀਂ, ਲੋਕ ਨਹੀਂ ਜਿਹੜਾ ਜੀ ਉਹ ਬੋਲਦੇ। ਲੋਕ ਕਹਿੰਦੇ ਕਿ ਤੁਸੀਂ ਬੇਵਕੂਫ ਹੋ, ਤੁਸੀਂ ਕਿਉਂ ਬੋਲ ਰਹੇ ਹੋ? ਆਰਾਮ ਦੇ ਨਾਲ ਮੇਰਾ ਵੀ ਆਲਾ ਦੁਆਲਾ ਹੈ ਇਸ ਤਰ੍ਹਾਂ ਦਾ, ਜਿਹੜੇ ਕਹਿੰਦੇ ਬੱਚੇ ਪਾਲੋ, ਤੁਹਾਡੇ ਕੀ ਸਿਰ ਨੂੰ ਚੜਿਆ ਹੋਇਆ ਵੀ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਜਾਂ ਜਿਹੜੇ ਲੋਕ ਬੋਲਦੇ ਆ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਤੁਸੀਂ ਆਉਂਦੇ ਹੋ। ਪਰ ਜਿੰਨੀ ਕੁ ਦੇਰ ਜਿੰਨੀ ਜ਼ਿੰਦਗੀ ਰਹਿੰਦੀ ਆ
ਜਿਵੇਂ ਕੱਢੀ ਆ ਉਸੇ ਤਰੀਕੇ ਦੇ ਨਾਲ ਕੱਢਾਂਗੇ, ਚਾਹੇ ਉਹ ਕੁਝ ਵੀ ਹੋ ਜਾਏ। ਤੀਸਤਾ ਸੀਤਲਵਾੜ ਕੌਣ ਹੈ ਜੀ, ਮੇਰੀ ਜਾਚੇ ਹੋ ਸਕਦਾ ਕਿ ਬਹੁਤੇ ਦਰਸ਼ਕ ਵਰਗ ਉਹਨਾਂ ਨੇ ਨਾਮ ਤਾਂ ਸੁਣਿਆ ਹੋਵੇ, ਨਾ ਜਾਣਦੇ ਹੋਣ। ਕੁਝ ਤੁਸੀਂ ਇੰਟਰੋਡਕਸ਼ਨ ਉਹਦੀ ਦੇ ਦਿੱਤੀ, ਧੰਨਵਾਦ ਤੁਹਾਡਾ, ਤੁਸੀਂ ਜਾਣਦੇ ਹੋ ਉਹਦੇ ਵਾਸਤੇ, ਇਹ ਬੜੀ ਚੰਗੀ ਗੱਲ ਹੈ। ਘੱਟੋ ਘੱਟ ਸਾਡੇ ਖੇਤਰ ਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਤੀਸਤਾ ਸੀਤਲਵਾੜ ਵਰਗੇ ਲੋਕਾਂ ਦੇ ਵਾਸਤੇ ਜਾਣਨਾ ਕਿ ਉਹ ਇਹ ਕੌਣ ਲੋਕ ਨੇ, ਇਹ ਬੜਾ ਜ਼ਰੂਰੀ ਹੈ, ਤੇ ਉਹਨਾਂ ਦੇ ਵਾਸਤੇ ਬੋਲਦੇ ਰਹਿਣਾ ਬੜਾ ਜਿਹੜਾ ਜ਼ਰੂਰੀ ਹੈ। ਅੱਜ ਇੱਕ ਪ੍ਰਮੁੱਖ ਅਖਬਾਰ ਨੇ ਆਪਣੇ ਐਡੀਟੋਰੀਅਲ ਦੇ ਵਿੱਚ ਸਾਲ 2002 ਦੇ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਇੱਕ ਲਾਈਨ ਕੋਟ ਕੀਤੀ ਆ, ਜਿਹੜੀ ਉਹਨਾਂ ਨੇ ਗੁਜਰਾਤ ਦੰਗਿਆਂ ਦੇ ਵਾਸਤੇ ਜਦੋਂ ਗੁਜਰਾਤ ਗਏ ਸੀ ਉੱਥੇ ਜਾ ਕੇ ਬੋਲੀ ਸੀ। ਬਿਲਕੁਲ, ਸ਼ਾਇਦ ਮੈਂ ਸਮਝਦਾ ਹਾਂ ਕਿ ਇਹ ਅਟਲ ਬਿਹਾਰੀ ਵਾਜਪੇਈ ਹੀ ਬੋਲ ਸਕਦੇ ਸੀ, ਬਿਲकुल ਉਹਨਾਂ ਵਰਗਾ ਵਿਅਕਤੀ ਹੀ ਬੋਲ ਸਕता ਸੀਗਾ। काबिले तारीफ यह लाइन है कि मेरा चीफ मिनिस्टर के लिए एक ही संदेश है कि वो राज धर्म का पालन करें, राजा के लिए, शासक के लिए, प्रजा प्रजा में भेद नहीं हो सकता, ना जन्म के आधार पर, ना जाति के आधार पर, ना संप्रदाय के आधार पर। क्या यह लाइन है? बहुत कमाल दी लाइन है और उस वेले बड़ी चर्चित हुई सी। उदों मुख मंत्री वो सन जिहड़े अज प्रधान मंत्री ने, उन्हां दे वास्ते उन्होंने ये गल कह के उदों शांत कीता सी लोकां नूं भी नहीं, प्रधानमंत्री दे नोटिस दे विच है की कुछ जिहड़ा चल रहा। और तीसता शीतलवाड़ नूं पिछले दिनी गिरफ्तार कर लिया गया जी, और वो इस करके कर लिया गया कि तीसता शीतलवाड़ लगातार दंगियां वाले मामलिਆਂ ਨੂੰ उभारदी तुरी आउंदी है कंटीन्यूस। मैं उन्होंने एक चंडीगढ़ ਦੇ ਵਿੱਚ ਸਮਾਗਮ ਦੇ ਦੌਰਾਨ ਮਿਲਿਆ ਸੀ, ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ। ਜਦੋਂ ਕੈਨੇਡਾ ਦੇ ਵਿੱਚ ਸੀ ਤਾਂ ਇੱਕ ਵਾਰੀ ਉੱਥੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ, ਸਿਆਹ ਲੋਕਾਂ ਦੇ ਵਾਸਤੇ ਲੜਨ ਵਾਲੇ ਆਏ ਸੀਗੇ ਆਪਣੀ ਰਿਹਾਈ ਤੋਂ ਬਾਅਦ। ਤਾਂ ਉਹ ਉੱਥੇ ਨਾ ਇੱਕ ਬਹੁਤ ਵੱਡਾ ਸਟੇਡੀਅਮ ਸੀਗਾ ਜੀ, ਉਹਦੇ ਵਿੱਚ ਉਹਨਾਂ ਦੀ ਆਮਦ ਹੋਈ ਸੀ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਵੇਖਣ ਦੇ ਵਾਸਤੇ ਦੂਰੋਂ ਹੀ ਸਹੀ ਮੈਂ ਉਸ ਸਮਾਗਮ ਦੇ ਵਿੱਚ ਗਿਆ ਕਿ ਉਹ ਮਨੁੱਖ ਕਿਹੋ ਜਿਹਾ ਹੋਊਗਾ ਜਿਹਨੇ ਏਡੀ ਵੱਡੀ ਜਿਹੜੀ ਉਹ ਲੜਾਈ ਲੜੀ। ਤੀਸਤਾ ਸੀਤਲਵਾੜ ਵੀ ਚਲੋ ਉਸ ਲੈਵਲ ਦੇ ਨਹੀਂ, ਪਰ ਲਗਾਤਾਰ ਬੋਲਣ ਵਾਲੇ ਲੋਕਾਂ ਦੇ ਵਿੱਚੋਂ ਨੇ। ਔਰ ਤੀਸਤਾ ਸੀਤਲਵਾੜ ਜਿਹੜੇ ਉਹ ਸੇਠ ਤੇ ਤਲਵਾਰ ਪੰਜਾਬੀ ਜਿਹੜੇ ਜਾਤ ਗੋਤ ਤੋਂ ਬਣੇ ਹੋਏ ਉਹਨਾਂ ਦੇ ਵਿੱਚੋਂ ਨੇ, ਉਹਨਾਂ ਦਾ ਪਿਛੋਕੜ ਵੀ ਪੰਜਾਬ ਦੇ ਨਾਲ ਜੁੜਿਆ ਹੋਇਆ। ਔਰ ਜਿਹੜੇ ਤੀਸਤਾ ਸੀਤਲਵਾੜ ਦਾ ਪੜਦਾਦਾ ਸਰ ਚਿਮਨ ਲਾਲ ਹਰੀ ਲਾਲ ਸੀਤਲਵਾੜ ਹੰਟਰ ਕਮਿਸ਼ਨ ਜਿਹਨੇ ਜਲਿਆਂਵਾਲੇ ਬਾਗ ਦੇ ਸਾਕੇ ਦੀ ਜਾਂਚ ਕੀਤੀ ਸੀ ਉਹਦਾ ਮੈਂਬਰ ਸੀ। ਔਰ ਸੀਤਲਵਾੜ ਦੋ ਹੋਰ ਭਾਰਤੀ ਮੈਂਬਰਾਂ ਪੰਡਿਤ ਜਗਤ ਨਾਰਾਇਣ ਜਿਹੜੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਸੀ, ਤੇ ਸਰਦਾਰ ਸਾਹਿਬਜ਼ਾਦਾ ਸੁਲਤਾਨ ਅਹਿਮਦ ਖਾਨ ਬਹੁ ਗਿਣਤੀ ਜਿਹੜੇ 4 ਅੰਗਰੇਜ਼ ਮੈਂਬਰ ਜਿਨ੍ਹਾਂ ਦੇ ਵਿੱਚ ਕਮਿਸ਼ਨ ਦਾ ਮੁਖੀ ਲਾਰਡ ਹੰਟਰ ਵੀ ਸ਼ਾਮਲ ਸੀ, ਉਹਦੀ ਰਾਏ ਦੇ ਨਾਲ ਸਹਿਮਤ ਨਹੀਂ ਸੀਗੇ ਜੀ। ਸੀਤਲਵਾੜ ਤੇ ਦੋ ਹੋਰ ਭਾਰਤੀ ਮੈਂਬਰਾਂ ਨੇ ਆਪਣੀ ਘੱਟ ਗਿਣਤੀ ਰਿਪੋਰਟ ਜਿਹੜੀ ਸੀਗੀ ਉਹਨੂੰ ਜਨਰਲ ਡਾਇਰ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ। ਤੀਸਤਾ ਦਾ ਦਾਦਾ ਮੋਤੀ ਲਾਲ ਚਿਮਨ ਲਾਲ ਸੀਤਲਵਾੜ ਭਾਰਤ ਦਾ ਪਹਿਲਾ ਅਟਾਰਨੀ ਜਨਰਲ ਸੀਗਾ 50 ਤੋਂ ਲੈ ਕੇ 63 ਤੱਕ, ਔਰ ਪਹਿਲੇ ਕਾਨੂੰਨ ਲਾਅ ਕਮਿਸ਼ਨ ਦਾ ਮੁਖੀ ਸੀ। ਉਹ ਵਕੀਲਾਂ ਦੀ ਕਾਨੂੰਨੀ ਸੰਸਥਾ ਬਾਰ ਕੌਂਸਲ ਆਫ ਇੰਡੀਆ ਦਾ ਵੀ ਮੁਖੀ ਸੀਗਾ। ਅਜਿਹੇ ਪਰਿਵਾਰ ਦੇ ਨਾਲ ਸੰਬੰਧਿਤ ਤੀਸਤਾ ਸੀਤਲਵਾੜ ਵਕੀਲ ਹੋਣ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਵੀ ਜਿਹੜੀ ਆ ਉਹ ਬਣੀ। ਪਿਛਲੇ ਸਮੇਂ ਤੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਅੰਦਰ ਡੱਕ ਦਿੱਤੇ ਗਏ ਜਿਹੜੇ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਦੇ ਸੀਗੇ। ਤੀਸਤਾ ਸੀਤਲਵਾੜ ਉਹਨਾਂ ਦੇ ਵਿੱਚੋਂ ਇੱਕ ਹੈ। ਤੀਸਤਾ ਸੀਤਲਵਾੜ ਦੀ ਗ੍ਰਿਫਤਾਰੀ ਦੇ ਵਾਸਤੇ ਕਿਹਾ ਜਾ ਸਕਦਾ ਹੈ ਕਿ ਜਿੰਨਾ ਚਰਚਾ ਇਹਦਾ ਹੋਣਾ ਚਾਹੀਦਾ ਸੀਗਾ ਉਹਨਾਂ ਚਰਚਾ ਹੋਇਆ ਨਹੀਂ। ਕਿਉਂ ਨਹੀਂ ਹੋਇਆ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਸਵਾਲ ਨੇ। ਕਿ ਜਿਹੜੇ ਜੋ ਕੁਝ ਚੱਲ ਰਿਹਾ, ਜਿਹੋ ਜਿਹਾ ਮਾਹੌਲ ਦੁਨੀਆ ਦੇ ਵਿੱਚ, ਮੈਨੂੰ ਕੋਈ ਇਹ ਕਹਿ ਰਿਹਾ ਸੀਗਾ ਕਿ ਜਿਹੜੇ ਵੱਖ-ਵੱਖ ਮੁਲਕ ਨੇ, ਸਵੇਰੇ ਉਹਨਾਂ ਸਵਾਲ ਕੀਤਾ ਕਿ ਉਹ ਕਿਉਂ ਨਹੀਂ ਬੋਲ ਰਹੇ ਜਿਹੜੇ ਘੱਟ ਗਿਣਤੀਆਂ ਦੇ ਉੱਤੇ ਜੋ ਕੁਝ ਹੋ ਰਿਹਾ। ਮੈਂ ਕਿਹਾ ਅਸੀਂ ਇੱਕ ਲਫ਼ਜ਼ ਬੜਾ ਸੁਣਦੇ ਆ ਕਿ ਗਲੋਬ ਪਿੰਡ ਬਣ ਗਿਆ ਜੀ। ਮੈਂ ਇਹਨੂੰ ਇਸ ਤਰੀਕੇ ਦੇ ਨਾਲ ਦੇਖਦਾ ਕਿ ਗਲੋਬ ਇੱਕ ਮੰਡੀ ਬਣ ਗਿਆ। ਜਦੋਂ ਜੇ ਤਾਂ ਗਲੋਬ ਪਿੰਡ ਬਣਦਾ ਤੇ ਅਸੀਂ ਉਹਦੇ ਵਾਸਤੇ ਕੁਛ ਨਾ ਕੁਛ ਉਹਦੇ ਚ ਊਣਤਾਈਆਂ ਦਾ ਜ਼ਿਕਰ ਕਰ ਸਕਦੇ ਸੀ। ਜਦੋਂ ਗਲੋਬ ਮੰਡੀ ਬਣ ਗਿਆ, ਸਾਡੇ ਵਰਗੇ ਲੋਕ ਬਹੁਤੇ ਉਹਦੇ ਵਿੱਚ ਬਹੁਤਾ ਕੁਛ ਨਹੀਂ ਕਰ ਸਕਦੇ, ਕਿਉਂਕਿ ਉੱਥੇ ਸੌਦਾ ਵੇਚਣ ਵਾਲੇ, ਸੌਦਾ ਖਰੀਦਣ ਵਾਲੇ ਭਾਰੂ ਹੋ ਗਏ।
ਹਰ ਮੁਲਕ ਇਹ ਸੋਚਦਾ ਕਿ ਜਿਹੜੀ ਚੀਜ਼ ਮੈਨੂੰ 10 ਰੁਪਏ 'ਚ ਮਿਲਦੀ ਆ, ਮੈਨੂੰ ਉਹ ਖੁੱਲੀ ਮੰਡੀ ਦੇ ਵਿੱਚ 6 ਜਾਂ 8 ਰੁਪਏ ਦੀ ਕਿਉਂ ਨਹੀਂ ਮਿਲਦੀ। ਤੇ ਦੂਜਾ ਉਹ ਇਹ ਸੋਚਣ ਲੱਗ ਗਿਆ ਕਿ ਜਿਹੜੀ ਮੇਰੇ ਮੁਲਕ ਦੇ ਵਿੱਚ ਬਣੀ ਹੋਈ 10 ਰੁਪਏ ਦੀ ਚੀਜ਼ ਹੈ, ਮੈਂ ਇਹਦੇ 12 ਜਾਂ 14 ਰੁਪਏ ਕਿਉਂ ਨਹੀਂ ਲੈ ਸਕਦਾ। ਉਹ ਫਿਰ ਖੁੱਲੀ ਮੰਡੀ ਵੱਲ ਨੂੰ ਚੱਲਦਾ। ਜਿਹੜਾ ਸਾਡਾ ਮੁਲਕ ਹੈ, ਕਿਸੇ ਵੇਲੇ ਇਹ ਕਿਹਾ ਜਾਂਦਾ ਸੀਗਾ ਕਿ ਇਹਦੀ ਪਾਪੂਲੇਸ਼ਨ ਬਹੁਤ ਵੱਡੀ ਸਮੱਸਿਆ ਬਣ ਗਈ। ਅੱਜ ਉਹਨੂੰ ਸਮੱਸਿਆ ਦੇ ਰੂਪ ਦੇ ਵਿੱਚ ਨਹੀਂ ਦੇਖਿਆ ਜਾਂਦਾ, ਉਹਨੂੰ ਓਪਰਚੁਨਿਟੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ, ਇਹ ਦਿਖਾਉਣ ਦੇ ਵਾਸਤੇ ਕਿ ਦੇਖੋ ਸਾਡੇ ਕੋਲੇ ਕਿੱਡੀ ਵੱਡੀ ਮੰਡੀ ਆ, ਆਪਣਾ ਸਮਾਨ ਖਪਾਉਣਾ ਕਿ ਨਹੀਂ ਖਪਾਉਣਾ। ਉਹਦੇ ਵਿੱਚ ਜਿਹੜਾ ਨਾ ਉਹ ਇਹੋ ਜਿਹੇ ਲੋਕ ਫਿਰ ਖਪਣੇ ਸ਼ੁਰੂ ਹੋ ਗਏ, ਸਿਰ ਖਪਣੇ ਸ਼ੁਰੂ ਹੋ ਗਏ। ਜਿਹੜੇ ਲੋਕ ਲਿਖਦੇ ਨੇ, ਜਿਹੜੇ ਲੋਕ ਬੋਲਦੇ ਨੇ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਨੇ, ਇਸ ਪੱਖੋਂ ਲੜਦੇ ਨੇ ਕਿ ਮੈਂ ਤੈਨੂੰ ਵੀ ਬੋਲਣ ਦਾ ਮੌਕਾ ਦੇਵਾਂਗਾ, ਪਰ ਉਹਦੇ ਵਾਸਤੇ ਇਹ ਆ ਕਿ ਤੈਨੂੰ ਮੈਨੂੰ ਵੀ ਸੁਣਨਾ ਪਊਗਾ, ਕਿਉਂਕਿ ਹਰੇਕ ਵਿਅਕਤੀ ਦੀ ਨੱਕ ਦੀ ਸਿਹਤ ਜਿਹੜੀ ਆ ਉਹਦੀ ਆਜ਼ਾਦੀ, ਬੋਲਣ ਦੀ ਆਜ਼ਾਦੀ ਤੱਕ ਆ, ਉਸ ਤੋਂ ਬਾਅਦ ਅਗਲੇ ਦੀ ਆਜ਼ਾਦੀ ਸ਼ੁਰੂ ਹੁੰਦੀ ਆ। ਅੱਜ ਤੀਸਤਾ ਸੀਤਲਵਾੜ ਵਰਗੇ ਲੋਕਾਂ ਦੇ ਵਾਸਤੇ ਖੜੋਣਾ, ਉਹਨਾਂ ਵਾਸਤੇ ਬੋਲਣਾ ਬੜਾ ਜ਼ਰੂਰੀ ਹੋ ਗਿਆ। ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਦੀ ਗਿਣਤੀ ਬਹੁਤ ਥੋੜੀ ਜਿਹੀ ਰਹਿ ਗਈ ਆ ਦੁਨੀਆ ਪੱਧਰ ਦੇ ਉੱਤੇ। ਹੌਲੀ ਹੌਲੀ ਇਹ ਲੋਕ ਗਾਇਬ ਕਿਉਂ ਹੁੰਦੇ ਤੁਰੇ ਜਾ ਰਹੇ ਆ। ਇਹ ਘੱਟੋ ਘੱਟ ਜਿਹੜੀਆਂ ਚੱਜ ਦਾ ਲਿਖਣ ਵਾਲੀਆਂ ਕਲਮਾਂ, ਚੱਜ ਦੇ ਬੋਲਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਇਕੱਠੇ ਹੋ ਕੇ ਇਸ ਚੀਜ਼ ਨੂੰ ਉਭਾਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ। ਨਹੀਂ ਤਾਂ ਅਦਰਵਾਈਜ਼ ਗਲੋਬ ਜਿਹੜਾ ਕਿ ਇੱਕ ਮੰਡੀ ਬਣ ਗਿਆ ਹੋਇਆ, ਉਹਦੇ ਵਿੱਚ ਬਹੁਤਾ ਕੁਝ ਵਿਕ ਗਿਆ ਤੇ ਉਹਦੇ ਵਿੱਚ ਅੱਜ ਕੱਲ੍ਹ ਜ਼ਮੀਰ ਵੀ ਵਿਕਦੇ ਸੁਣੀਦੇ ਆ।